ਫੌਜੀ ਦਸਤੇ ਨੂੰ ਛੁੱਟੀਆਂ ਹੋਈਆਂ ਅਤੇ ਇੱਕ ਫੌਜੀ ਜਵਾਨ ਆਪਣੇ ਘਰ ਨੂੰ ਜਾਣ ਵਾਸਤੇ ਇਹਨਾਂ 'ਤੇ ਟੁਰ ਪਿਆ। ਪਹਿਲਾ ਦੌਰ ਸੀ, ਲੋਕ ਪੈਦਲ ਹੀ ਨਿਕਲਦੇ ਹੁੰਦੇ ਸੀ ਅਤੇ ਪੈਦਲ ਹੀ ਨਾ ਉਹ ਨਿਕਲ ਪਿਆ। ਰਸਤੇ 'ਚ ਉਹਦੀ ਮੁਲਾਕਾਤ ਇੱਕ ਬਾਬੇ ਨਾਲ ਹੋ ਗਈ। ਬਾਬੇ ਨੂੰ ਉਹਨੇ ਪੁੱਛਿਆ ਕਿ ਬਾਬਾ ਜੀ ਕਿੱਥੇ ਜਾ ਰਹੇ ਹੋ? ਉਹਨੇ ਕਿਹਾ ਕਿ ਮੈਂ ਫਲਾਣੀ ਜਗ੍ਹਾ 'ਤੇ ਜਾਣਾ। ਉਹਨੇ ਕਿਹਾ ਠੀਕ ਹੈ, ਮੈਂ ਵੀ ਉੱਥੇ ਹੀ ਜਾਣਾ ਅਤੇ ਚਲੋ ਇਕੱਠੇ ਚੱਲਦੇ ਹਾਂ। ਉਹ ਦੋਵੇਂ ਨਾਲ ਇਕੱਠੇ ਸਫ਼ਰ ਕਰਨ ਲੱਗ ਪੈਂਦੇ ਨੇ। ਉਹ ਜਿਹੜਾ ਬੰਦਾ ਹੁੰਦਾ ਨਾ ਫੌਜੀ, ਉਹ ਬਾਬੇ ਨੂੰ ਕਹਿੰਦਾ ਕਿ ਬਾਬਾ ਜੀ ਇੰਝ ਨਾ ਕਰੀਏ, ਤੁਸੀਂ ਮੈਨੂੰ ਚੁੱਕ ਲਓ ਅਤੇ ਮੈਂ ਤੁਹਾਨੂੰ ਚੁੱਕ ਲੈਂਦਾ। ਬਾਬਾ ਨਾ ਕਹਿੰਦਾ ਕਿ ਫੌਜੀ ਮੈਨੂੰ ਲੱਗਦਾ ਨਾ ਮੈਂਟਲ ਹੀ ਲੱਗਦਾ ਕਿ ਮੇਰੀ ਉਮਰ ਵੇ, ਤੂੰ ਆਪਣੀ ਉਮਰ ਵੇ ਅਤੇ ਮੈਨੂੰ ਕਹਿ ਰਿਹਾ ਕਿ ਤੂੰ ਮੈਨੂੰ ਚੁੱਕ ਲੈ ਅਤੇ ਮੈਂ ਤੈਨੂੰ ਚੁੱਕ ਲੈਂਦਾ। ਉਹ ਨਾ ਬਾਬਾ ਜਿਹੜਾ ਨਾ ਉਹਦੀ ਗੱਲ ਨਾ ਇਗਨੋਰ ਕਰਕੇ ਨਾ ਟੁਰਨ ਲੱਗ ਪੈਂਦਾ। ਅੱਗੇ ਟੁਰਦਿਆਂ ਨਾ ਅੱਗੇ ਜਾਂਦੇ ਨੇ ਅਤੇ ਅੱਗੇ ਜਾ ਕੇ ਨਾ ਇੱਕ ਜਗ੍ਹਾ 'ਤੇ ਨਾ ਤਲਾਬ ਜਿਹਾ ਆ ਜਾਂਦਾ, ਉੱਧਰੋਂ ਲੰਘਣਾ ਹੁੰਦਾ। ਅਤੇ ਉਹ ਨਾ ਕਹਿੰਦਾ ਕਿ ਫੌਜੀ ਜਿਹੜਾ ਹੁੰਦਾ ਨਾ ਕਹਿੰਦਾ ਕਿ ਬਾਬਾ ਜੀ ਇਸ ਤਲਾਬ ਦੇ ਵਿੱਚੋਂ ਨਾ ਜੁੱਤੀ ਸਮੇਤ ਲੰਘਣਾ ਸੀ। ਉਹ ਕਹਿੰਦਾ ਕਿ ਯਾਰ ਇਹ ਫੌਜੀ ਮੈਨੂੰ ਨਾ ਪਾਗਲ ਜਿਹਾ ਲੱਗਦਾ, ਜੁੱਤੀ ਮੇਰੀ ਨਵੀਂ ਹੈ, ਤਲਾਬ ਦੇ ਵਿੱਚੋਂ ਲੰਘਣਾ, ਜੁੱਤੀ ਲਾ ਕੇ ਹੱਥ 'ਚ ਫੜ ਲੈਣਾ ਵਾ। ਕਹਿੰਦਾ ਨਹੀਂ ਜੀ। ਫੌਜੀ ਕਹਿੰਦਾ ਜੇ ਲੰਘਣਾ ਹੈ ਤਾਂ ਜੁੱਤੀ ਪਾ ਕੇ ਲੰਘਣਾ। ਉਹ ਕਹਿੰਦਾ ਹੁਣ ਇਹਦੇ ਨਾਲ ਟੁਰ ਰਿਹਾ ਵਾ, ਇਹਦੀ ਮੰਨਣੀ ਪੈਣੀ ਹੈ। ਉਹ ਜੁੱਤੀ ਪਾ ਕੇ ਨਾ ਅਤੇ ਲੰਘ ਜਾਂਦਾ ਵਿੱਚੋਂ ਦੀ। ਉਹ ਕਹਿੰਦਾ ਕਿ ਯਾਰ ਚੰਗਾ ਬੰਦਾ ਮੈਨੂੰ ਟੱਕਰਿਆ, ਨਾ ਮੈਂ ਇਹਦੀ ਮੋੜ ਸਕਣਾ ਵਾ ਅਤੇ ਨਾ ਮੈਂ ਕੁਛ ਕਰ ਸਕਣਾ ਵਾ। ਪਾਗਲ ਜਿਹਾ ਫੌਜੀ ਮੈਨੂੰ ਟੱਕਰ ਗਿਆ ਰਸਤੇ ਦੇ ਵਿੱਚ। ਉਹ ਥੋੜ੍ਹਾ ਜਿਹਾ ਸਫ਼ਰ ਹੋਰ ਗੁਜ਼ਰਦਾ ਅਤੇ ਬਾਬੇ ਦੀ ਜਿਹੜੀ ਨਾ ਮੰਜ਼ਿਲ ਉਹ ਕਰੀਬ ਆ ਜਾਂਦੀ ਹੈ। ਬਾਬੇ ਹਰੀ ਕਹਿੰਦੇ ਨੇ ਕਿ ਮੇਰਾ ਤਾਂ ਠੀਕ ਹੈ, ਹੁਣ ਘਰ ਆ ਗਿਆ ਅਤੇ ਮੈਂ ਚੱਲਾਂ ਵਾਂ ਘਰ। ਅਤੇ ਉਹ ਫੌਜੀ ਵੀ ਬੜਾ ਥੱਕ ਜਾਂਦਾ। ਬਾਬੇ ਨੂੰ ਪੁੱਛਦਾ ਕਿ ਇੱਥੇ ਕੋਈ ਰਹਿਣ ਵਾਸਤੇ ਜਗ੍ਹਾ ਹੈ, ਆਰਾਮ ਕਰਨ ਵਾਸਤੇ? ਮੈਂ ਥੋੜ੍ਹੀ ਦੇਰ ਆਰਾਮ ਕਰਨਾ ਚਾਹੁੰਦਾ ਵਾਂ, ਉਸ ਤੋਂ ਬਾਅਦ ਫਿਰ ਮੈਂ ਆਪਣੇ ਸਫ਼ਰ 'ਤੇ ਨਿਕਲਾਂਗਾ। ਉਹ ਬਾਬੇ ਨੇ ਦੱਸਿਆ ਕਿ ਉਹ ਸਾਹਮਣੇ ਮਸਜਿਦ ਇੱਕ, ਤੂੰ ਉੱਥੇ ਆਰਾਮ ਕਰ ਲੈ ਅਤੇ ਇਹ ਮੇਰਾ ਘਰ ਹੈ ਅਤੇ ਮੈਂ ਜ਼ਰਾ ਘਰ ਚੱਲਾਂ ਵਾਂ ਆਪਣੇ। ਉਹਨੇ ਕਿਹਾ ਫੌਜੀ ਨੇ ਕਿ ਬਾਬਾ ਜੀ ਗੁੱਸਾ ਨਾ ਕਰੋ ਅਤੇ ਇੱਕ ਗੱਲ ਕਰਾਂ। ਉਹਨੇ ਕਿਹਾ ਕਰ ਪੁੱਤਰ। ਉਹਨੇ ਕਿਹਾ ਆਪਣੇ ਘਰ ਜਾਣ ਲੱਗਿਆ ਨਾ ਪਹਿਲੇ ਥੋੜ੍ਹਾ ਜਿਹਾ ਨਾ ਖੰਘ ਲਿਓ, ਖੰਘ ਕੇ ਨਾ ਅਤੇ ਫਿਰ ਜਾਇਓ ਆਪਣੇ ਘਰ। ਉਹ ਕਹਿੰਦਾ ਜੀ ਠੀਕ ਹੈ। ਬਾਬਾ ਕਹਿੰਦਾ ਠੀਕ ਹੈ। ਉਹ ਰਸਤੇ ਦੇ ਵਿੱਚ ਅੱਗੇ ਆ ਕੇ ਨਾ ਬਾਬਾ ਕਹਿੰਦਾ ਪਾਗਲ, ਮੈਂ ਆਪਣੇ ਘਰ ਵੀ ਖੰਘ ਕੇ ਜਾਣਾ ਅਤੇ ਮੇਰਾ ਫਿਰ ਉਹ ਘਰ ਕਹਿੰਦਾ ਪਾਗਲ ਜਿਹਾ ਬੰਦਾ ਟੱਕਰ ਗਿਆ ਅੱਜ, ਮੈਨੂੰ ਸਾਰੇ ਰਾਹ ਜ਼ਲੀਲ ਕਰਦਾ ਆਇਆ, ਕਦੀ ਇਹ ਕਰ ਲਾ ਅਤੇ ਕਦੀ ਉਹ ਕਰ ਲਾ ਅਤੇ ਕਦੀ ਇੰਝ ਕਰ ਲਾ ਅਤੇ ਕਦੀ ਉਂਝ ਕਰ ਲਾ। ਉਹ ਘਰ ਦੇ ਨੇੜੇ ਜਦੋਂ ਜਾਂਦਾ ਨਾ ਬਾਬਾ, ਅਤੇ ਉਹਨੂੰ ਦੀ ਫੌਜੀ ਦੀ ਗੱਲ ਯਾਦ ਆ ਜਾਂਦੀ ਕਿ ਜਦੋਂ ਘਰ ਦੇ ਬੂਹੇ ਅੱਗੇ ਗਏ ਨਾ ਅਤੇ ਥੋੜ੍ਹਾ ਜਿਹਾ ਖੰਘ ਲਿਓ। ਉਹ ਕਹਿੰਦਾ ਵੇਖ ਲੈਂਦੇ ਹਾਂ ਖੰਘ ਕੇ। ਉਹ ਥੋੜ੍ਹਾ ਜਿਹਾ ਨਾ ਖੰਘਦਾ, ਅੰਦਰੋਂ ਨਾ ਬੁੱਢੇ ਦੀ ਜਿਹੜੀ ਕੁੜੀ ਹੁੰਦੀ ਨਾ ਉਹਦੀ ਆਵਾਜ਼ ਆਉਂਦੀ। ਉਹਨੇ ਕਿਹਾ ਅੱਬਾ ਜੀ ਖਲੋਇਓ ਜ਼ਰਾ, ਮੈਂ ਆਈ। ਉਹ ਥੋੜ੍ਹੀ ਦੇਰ ਬਾਅਦ ਉਹਦੀ ਕੁੜੀ ਆ ਜਾਂਦੀ, ਅੰਦਰੋਂ ਆ ਕੇ ਬੂਹਾ ਖੋਲ੍ਹਦੀ ਅਤੇ ਬੂਹਾ ਖੋਲ੍ਹ ਕੇ ਅਤੇ ਅੱਬੇ ਨੂੰ ਅੰਦਰ ਪਾਉਂਦੀ, ਪਾਣੀ ਸ਼ਾਣੀ ਪਿਆਉਂਦੀ ਹੈ। ਅਤੇ ਕੁੜੀ ਜਿਹੜੀ ਹੁੰਦੀ ਹੈ ਨਾ ਉਹ ਕਹਿੰਦੀ ਹੈ ਕਿ ਅੱਬਾ ਜੀ ਲੱਗਦਾ ਅੱਜ ਕਿਸੇ ਨਾ ਸਿਆਣੇ ਬੰਦੇ ਨਾਲ ਮਿਲ ਕੇ ਆ ਰਹੇ ਹੋ ਤੁਸੀਂ। ਉਹ ਕਹਿੰਦਾ ਸਿਆਣਾ ਕੀ ਹੈ, ਇੱਕ ਰਾਹ ਦੇ ਵਿੱਚ ਮੈਨੂੰ ਪਾਗਲ ਬੰਦਾ ਟੱਕਰ ਗਿਆ ਸੀ, ਐਵੇਂ ਐਵੀਆਂ ਜਿਹੀਆਂ ਮਾਰਦਾ ਰਿਹਾ, ਮੈਨੂੰ ਤਾਂ ਉਹਦੀ ਕੋਈ ਸਮਝ ਨਹੀਂ ਆਈ। ਕੁੜੀ ਕਹਿੰਦੀ ਕਿਹੜੀਆਂ ਗੱਲਾਂ ਕਰਦਾ ਰਿਹਾ? ਉਹਨੇ ਕਿਹਾ ਜੀ ਗੱਲਾਂ ਕੀ ਕਰਦਾ ਰਿਹਾ, ਸਾਰੇ ਰਾਹ 'ਚ ਤੁਸੀਂ ਟੁਰਨਾ ਸ਼ੁਰੂ ਕੀਤਾ, ਮੈਨੂੰ ਕਹਿੰਦਾ ਜਾਂ ਤੂੰ ਮੈਨੂੰ ਚੁੱਕ ਲੈ ਅਤੇ ਜਾਂ ਮੈਂ ਤੈਨੂੰ ਚੁੱਕ ਲੈਂਦਾ ਵਾ। ਭਲਾ ਕੋਈ ਗੱਲ ਕਰਨ ਵਾਲੀ ਹੈ? ਨਾ ਮੈਂ ਉਹਨੂੰ ਚੁੱਕ ਸਕਦਾ ਅਤੇ ਨਾ ਉਹ ਮੈਨੂੰ ਚੁੱਕ ਸਕਦਾ। ਇਹ ਪਤਾ ਨਹੀਂ ਉਹਨੇ ਗੱਲ ਕਿਉਂ ਕੀਤੀ ਹੈ। ਕਹਿੰਦੀ ਹੈ ਕਿ ਅੱਬਾ ਜੀ ਗੱਲ ਕੁਛ ਇਸ ਤਰ੍ਹਾਂ ਹੈ, ਇਸ ਗੱਲ ਦਾ ਮਤਲਬ ਇਹ ਵੇ ਕਿ ਉਹਨੇ ਕਿਹਾ ਹੋਣਾ ਕਿ ਸਾਡਾ ਸਫ਼ਰ ਹੈ ਬੜਾ ਲੰਮਾ ਅਤੇ ਕੁਝ ਗੱਲਾਂ ਤੁਸੀਂ ਸੁਣਾਓ ਅਤੇ ਕੁਝ ਗੱਲਾਂ ਮੈਂ ਸੁਣਾਉਂਦਾ ਵਾਂ ਅਤੇ ਇਸੇ ਤਰ੍ਹਾਂ ਜਿਹੜਾ ਨਾ ਸਾਡਾ ਸਫ਼ਰ ਜਿਹੜਾ ਨਾ ਉਹ ਗੁਜ਼ਰ ਜਾਏਗਾ। ਉਹ ਬਾਬਾ ਕਹਿੰਦਾ ਹਾਂ ਗੱਲ ਤਾਂ ਸੱਚੀ ਹੈ, ਗੱਲਾਂ ਬਾਤਾਂ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਚੱਲਿਆ ਕਿ ਸਾਡਾ ਸਫ਼ਰ ਜਿਹੜਾ ਨਾ ਕਿੰਨੀ ਜਲਦੀ ਖ਼ਤਮ ਹੋ ਗਿਆ। ਅਤੇ ਕਹਿੰਦੀ ਅੱਬਾ ਜੀ ਕੋਈ ਹੋਰ ਗੱਲ ਹੋਈ ਹੈ? ਉਹਨੇ ਕਿਹਾ ਹਾਂ ਇੱਕ ਜਗ੍ਹਾ 'ਤੇ ਤਲਾਅ ਆਇਆ ਅਤੇ ਮੈਨੂੰ ਕਹਿੰਦਾ ਜੁੱਤੀ ਪਾ ਕੇ ਲੰਘਣਾ ਇਹਦੇ 'ਚੋਂ। ਹਾਲਾਂਕਿ ਮੇਰੀ ਜੁੱਤੀ ਨਵੀਂ ਸੀ ਅਤੇ ਜੁੱਤੀ ਮੇਰੀ ਖ਼ਰਾਬ ਹੋ ਗਈ ਹੈ ਪਾਣੀ ਦੇ ਵਿੱਚੋਂ ਲੰਘਣ ਨੂੰ। ਪਹਿਲਾਂ ਪਾਣੀ ਦੇ ਵਿੱਚੋਂ ਵੀ ਜੁੱਤੀ ਪਾ ਕੇ ਲੰਘਣਾ ਅਤੇ ਫਿਰ ਫਾਇਦਾ, ਜੁੱਤੀ ਵੀ ਖ਼ਰਾਬ ਕਰਤੀ ਮੇਰੀ। ਉਹਨੇ ਕਿਹਾ ਅੱਬਾ ਜੀ ਉਹਨੇ ਸਹੀ ਕਿਹਾ, ਪਾਣੀ ਦੇ ਵਿੱਚ 100 ਚੀਜ਼ਾਂ ਐਸੀਆਂ ਹੋ ਸਕਦੀਆਂ ਜਿਹੜੇ ਤੁਹਾਡੇ ਪੈਰ 'ਤੇ ਵੱਜ ਜਾਂਦੀਆਂ। ਤੁਹਾਡੀ ਜੁੱਤੀ ਖ਼ਰਾਬ ਹੋ ਗਈ, ਤੁਹਾਡੇ ਪੈਰ ਬਚ ਗਏ ਨੇ, ਸਾਰਾ ਸਫ਼ਰ ਤੁਸੀਂ ਜਿਹੜਾ ਨਾ ਟੁਰ ਕੇ ਆਏ ਹੋ ਅਤੇ ਜੇ ਤੁਹਾਨੂੰ ਕੋਈ ਜ਼ਖਮ ਹੋ ਜਾਂਦਾ ਅਤੇ ਫਿਰ ਰਸਤੇ 'ਚ ਤੁਹਾਨੂੰ ਕੌਣ ਲੈ ਕੇ ਆਉਂਦਾ? ਬਾਬਾ ਕਹਿੰਦਾ ਗੱਲ ਤਾਂ ਇਹ ਵੀ ਠੀਕ ਹੈ, ਪਾਣੀ ਦੇ ਵਿੱਚ ਕਿਹੜਾ ਕੋਈ ਸ਼ੈ ਨਜ਼ਰ ਆਉਂਦੀ ਕਿ ਪੈਰ 'ਚ ਕਿਹੜੀ ਸ਼ੈ ਵੱਜਣੀ ਸੀ, ਇਹ ਵੀ ਚੰਗੀ ਗੱਲ ਹੈ। ਕਹਿੰਦੀ ਕੁਛ ਹੋਰ? ਉਹਨੇ ਕਿਹਾ ਹਾਂ ਮੈਨੂੰ ਆਉਣ ਲੱਗਿਆ ਉਹਨੇ ਕਿਹਾ ਕਿ ਘਰ ਦੇ ਬੂਹੇ ਅੱਗੇ ਆ ਕੇ ਨਾ ਖੰਘੀ, ਅਤੇ ਕਹਿੰਦਾ ਮੈਂ ਉਹ ਉਂਝ ਹੀ ਆ ਕੇ ਖੰਘਿਆ ਅਤੇ ਤੂੰ ਖੜਕਾਉਣ ਤੋਂ ਪਹਿਲਾਂ ਹੀ ਬੂਹਾ ਖੋਲ੍ਹ ਦਿੱਤਾ ਮੇਰੇ। ਉਹਨੇ ਕਿਹਾ ਅੱਬਾ ਜੀ ਮੈਂ ਜਦੋਂ ਤੁਸੀਂ ਖੰਘੇ ਹੋ ਨਾ ਮੈਂ ਅੰਦਰ ਨਹਾਉਣ ਲੱਗੀ ਸਾਂ, ਜਦੋਂ ਤੁਸੀਂ ਖੰਘੇ ਹੋ ਨਾ ਅਤੇ ਮੈਨੂੰ ਪਤਾ ਲੱਗ ਗਿਆ ਕਿ ਅੱਬਾ ਆ ਗਿਆ ਅਤੇ ਮੈਂ ਤੁਹਾਨੂੰ ਆਵਾਜ਼ ਦਿੱਤੀ ਕਿ ਅੱਬਾ ਜੀ ਅੰਦਰ ਨਾ ਆਇਓ, ਮੈਂ ਆ ਰਹੀ ਹਾਂ। ਅਤੇ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਕਿ ਅੱਜ ਲੱਗਦਾ ਤੁਸੀਂ ਕਿਸੇ ਸਿਆਣੇ ਬੰਦੇ ਨਾਲ ਮਿਲ ਕੇ ਆਏ ਹੋ। ਉਹ ਬੰਦਾ ਬਾਬਾ ਜਿਹੜਾ ਹੁੰਦਾ ਨਾ ਕਹਿੰਦਾ ਵਾਕਈ ਮੈਨੂੰ ਤਾਂ ਉਹਨੀਆਂ ਗੱਲਾਂ ਦੀ ਕੱਖ ਸਮਝ ਨਹੀਂ ਆਈ, ਤੈਨੂੰ ਕਿਵੇਂ ਸਮਝ ਆ ਗਈ? ਕਹਿੰਦੀ ਬਸ ਇਹ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਿਆਣਿਆਂ ਦੀਆਂ ਸਮਝਣ ਵਾਲੀਆਂ ਹੁੰਦੀਆਂ ਨੇ, ਸਿਆਣਿਆਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਇਸੇ ਤਰ੍ਹਾਂ ਦੀਆਂ ਹੁੰਦੀਆਂ ਨੇ। ਕਹਿੰਦੀ ਬਾਬਾ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਬੰਦਾ ਇਸ ਟਾਈਮ ਕਿੱਥੇ ਵੇ? ਬਾਬਾ ਕਹਿੰਦਾ ਉਹ ਸਾਹਮਣੇ ਮਸਜਿਦ ਦੇ ਵਿੱਚ। ਕਹਿੰਦੀ ਮੈਂ ਨਾ ਉਹਦੀ ਰੋਟੀ ਘੱਲਣੀ ਆ ਉਹਦੇ ਵਾਸਤੇ ਅਤੇ ਉਹ ਖਾ ਲਵੇਗਾ। ਉਹ ਰੋਟੀ ਛੋਟੀ ਤਿਆਰ ਕਰਦੀ ਹੈ ਅਤੇ ਆਪਣੀ ਨੌਕਰਾਣੀ ਨੂੰ ਕਹਿੰਦੀ ਹੈ ਕਿ ਜਾ ਉੱਥੇ ਇੱਕ ਬੰਦਾ ਫੌਜੀ ਉਹਨੂੰ ਰੋਟੀ ਦੇ ਕੇ ਆ ਅਤੇ ਉਹਨੂੰ ਜਾ ਕੇ ਨਾ ਮੇਰਾ ਇੱਕ ਸੁਨੇਹਾ ਵੀ ਦੇਣਾ ਤੂੰ। ਕਹਿੰਦੀ ਸੁਨੇਹਾ ਕੀ? ਉਹਨੇ ਕਿਹਾ ਤੂੰ ਜਾ ਕੇ ਉਹਨੂੰ ਕਹਿਣਾ ਕਿ ਚੰਨ ਦੀ 14 ਅਤੇ ਤਾਰੇ ਬੇਸ਼ੁਮਾਰ। ਉਹਨੇ ਕਿਹਾ ਠੀਕ ਹੈ। ਉਹ ਲੈ ਕੇ ਚਲੀ ਜਾਂਦੀ ਹੈ, ਜਾ ਕੇ ਨਾ ਅਤੇ ਉਹਨੂੰ ਦਿੰਦੀ ਹੈ ਸਾਲਨ ਸੁਲਨ ਦਿੰਦੀ ਹੈ, ਰੋਟੀ ਦਿੰਦੀ ਹੈ ਅਤੇ ਦੇ ਕੇ ਨਾ ਅਤੇ ਫੌਜੀ ਪੁੱਛਦਾ ਕਿ ਰੋਟੀ ਜਿਹਨੇ ਘੱਲੀ ਉਹਨੇ ਕੋਈ ਸੁਨੇਹਾ ਤਾਂ ਨਹੀਂ ਘੱਲਿਆ? ਉਹਨੇ ਕਿਹਾ ਜੀ ਉਹਨੇ ਸੁਨੇਹਾ ਘੱਲਿਆ, ਉਹਨੇ ਕਿਹਾ ਕਿ ਚੰਨ ਦੀ 14
ਤੇ ਤਾਰੇ ਬੇਸ਼ੁਮਾਰ। ਕਹਿੰਦਾ ਅੱਛਾ ਫਿਰ ਗੱਲ ਸੁਣੀ ਜਾ, ਮੇਰਾ ਵੀ ਨਾ ਜਾਂਦੀ ਵਾਰੀ ਸੁਨੇਹਾ ਉਹਨੂੰ ਦੇ ਦੇਈਂ। ਉਹਨੂੰ ਜਾ ਕੇ ਕਹੀਂ ਕਿ ਫੌਜੀ ਕਹਿ ਰਿਹਾ ਕਿ ਚੰਨ ਦੀ 8 ਤੇ ਤਾਰੇ ਟਾਵੇਂ ਟਾਵੇਂ। ਉਹ ਚਲੀ ਜਾਂਦੀ ਇੰਝ ਜਾ ਕੇ ਨਾ ਉਹਨੂੰ ਦੱਸਦੀ ਹੈ, ਕਹਿੰਦੀ ਹੈ ਹਾਂ ਫੌਜੀ ਨੇ ਕੋਈ ਸੁਨੇਹਾ ਦਿੱਤਾ? ਕੁੜੀ ਕਹਿੰਦੀ ਹਾਂ ਉਹਨੇ ਸੁਨੇਹਾ ਦਿੱਤਾ, ਉਹਨੇ ਕਿਹਾ ਕਿ ਚੰਨ ਦੀ 8 ਤੇ ਤਾਰਾ ਕੋਈ ਕੋਈ। ਕਹਿੰਦੀ ਤੂੰ ਰਾਹ 'ਚ ਰੋਟੀਆਂ ਖਾਧੀਆਂ ਤੇ ਸਾਲਨ ਵੀ ਖਾਧਾ? ਕਹਿੰਦੀ ਉਹ ਤੈਨੂੰ ਕਿੰਝ ਪਤਾ ਲੱਗਾ? ਉਹ ਤੇ ਮੈਂ ਰਾਹ 'ਚ ਖਾਧਾ। ਕਹਿੰਦੀ ਬਸ ਮੈਨੂੰ ਪਤਾ ਚੱਲ ਗਿਆ। ਕਹਿੰਦੀ ਮੈਨੂੰ ਦੱਸ ਤੈਨੂੰ ਕਿੰਝ ਪਤਾ ਲੱਗਾ? ਕਹਿੰਦੀ ਮੈਂ ਫੌਜੀ ਨੂੰ ਇਹ ਗੱਲ ਕਹਿ ਕੇ ਘੱਲਿਆ ਸੀ ਕਿ ਮੈਂ ਰੋਟੀਆਂ 14 ਘੱਲਣ ਲੱਗੀਆਂ, ਚੰਨ ਦੀ 14 ਤੇ ਬੋਟੀਆਂ ਬੇਸ਼ੁਮਾਰ ਨੇ ਜੇ, ਤਾਰੇ ਬੇਸ਼ੁਮਾਰ। ਅਤੇ ਅੱਗੋਂ ਉਹਨੇ ਮੈਨੂੰ ਘੱਲਿਆ ਕਿ ਚੰਨ ਦੀ ਜਿਹੜੀ ਉਹ 8 ਰੋਟੀਆਂ ਆਈਆਂ ਨੇ ਤੇ ਤਾਰਾ ਟਾਵੇਂ ਟਾਵੇਂ ਨੇ ਤੇ ਥੋੜ੍ਹੀਆਂ ਥੋੜ੍ਹੀਆਂ ਬੋਟੀਆਂ ਆਈਆਂ ਨੇ। ਇਹਦਾ ਮਤਲਬ ਤੂੰ ਰਾਹ 'ਚ ਰਗੜ ਗਈ ਹੈ। ਕਹਿੰਦੀ ਤੁਹਾਡੀਆਂ ਗੱਲਾਂ ਦੀ ਤਾਂ ਮੈਨੂੰ ਸਮਝ ਨਹੀਂ ਆਈ ਹੈ। ਕਹਿੰਦੀ ਬਸ ਇਹ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਿਆਣਿਆਂ ਦੀਆਂ ਗੱਲਾਂ ਹੁੰਦੀਆਂ ਨੇ, ਜਿਹੜੇ ਸਿਰਫ ਸਿਆਣੇ ਹੀ ਸਮਝਦੇ ਨੇ। ਇਸ ਵਾਸਤੇ ਜਿਹੜੀਆਂ ਗੱਲਾਂ ਸਿਆਣਿਆਂ ਦੀਆਂ ਕੀਤੀਆਂ ਹੁੰਦੀਆਂ ਨੇ ਨਾ, ਉਹ ਸਿਰਫ ਸਿਆਣੇ ਹੀ ਸਮਝ ਸਕਦੇ ਨੇ। ਅਤੇ ਸਿਆਣਿਆਂ ਦੀਆਂ ਗੱਲਾਂ ਸਮਝਣ ਵਾਸਤੇ ਉਮਰ ਦਾ ਜ਼ਿਆਦਾ ਹੋਣਾ ਜ਼ਰੂਰੀ ਨਹੀਂ ਹੈ। ਕਈ ਵਾਰੀ ਛੋਟੀ ਉਮਰ ਦੇ ਲੋਕ ਵੀ ਸਿਆਣੀਆਂ ਗੱਲਾਂ ਕਰ ਵੀ ਲੈਂਦੇ ਨੇ ਅਤੇ ਸਮਝ ਵੀ ਲੈਂਦੇ ਨੇ।